हेलो स्टूडेंट्स, वेलकम बैक टू द ऑनलाइन क्लास ऑफ श्री दशमेश कॉन्वेंट स्कूल एटी। बेटा ਆਪਾਂ ਕਲਾਸ 10th ਦਾ 7th ਚੈਪਟਰ ਆਪਾਂ ਸਟਾਰਟ ਕੀਤਾ ਸੀ ਕੰਟਰੋਲ ਐਂਡ ਕੋਆਰਡੀਨੇਸ਼ਨ। ਕੰਟਰੋਲ ਬਾਰੇ ਆਪਾਂ ਹਿਊਮਨ ਬੀਇੰਗ ਦੇ ਵਿੱਚ ਪੜ੍ਹਿਆ ਸੀ, ਹਿਊਮਨ ਬ੍ਰੇਨ ਦਾ ਪੜ੍ਹਿਆ ਸੀ, ਰਿਫਲੈਕਸ ਐਕਸ਼ਨ ਪੜ੍ਹਿਆ ਸੀ, ਰਿਫਲੈਕਸ ਆਰਕ ਪੜ੍ਹੀ ਸੀ। ਅੱਜ ਆਪਾਂ ਕਰਨ ਜਾ ਰਹੇ ਹਾਂ ਕੋਆਰਡੀਨੇਸ਼ਨ ਇਨ ਦਾ ਪਲਾਂਟਸ, ਮਤਲਬ ਪਲਾਂਟਸ ਦੇ ਵਿੱਚ ਜਿਹੜੀ ਤਾਲਮੇਲ ਆ ਉਹ ਕਿਵੇਂ ਹੁੰਦਾ ਆ। ਇਹ ਤੁਸੀਂ ਰੀਡ ਕਰਨਾ। ਐਨੀਮਲਸ ਹੈਵ ਕਹਿੰਦਾ ਨਰਵਸ ਸਿਸਟਮ ਫॉर ਕੰਟਰੋਲਿੰਗ, ਬਟ ਔਨ ਦਾ ਅਦਰ ਹੈਂਡ ਪਲਾਂਟਸ ਡਜ਼ ਨਾਟ ਹੈਵ ਐਨੀ ਨਰਵਸ ਸਿਸਟਮ। ਉਹ ਕਿਵੇਂ ਆਪਣਾ ਕੰਟਰੋਲ ਕਰਦੇ ਨੇ। ਇਹਨੇ ਐਗਜ਼ਾਮਪਲ ਦਿੱਤੀ ਸੀ ਵੀ ਤੁਸੀਂ ਸੂਈ ਮੂੰਹ ਦੇ ਪਲਾਂਟਸ ਨੂੰ ਜਦੋਂ ਆਪਾਂ ਟੱਚ ਕਰਦੇ ਆ ਉਹ ਇੱਕਦਮ ਹੀ ਕੀ ਇਹਦਾ ਕਲੋਜ਼ ਕਰਕੇ ਆਪਣੇ ਲੀਵਸ ਬੈਂਡ ਕਰ ਜਾਂਦਾ। ਉਹਨੇ ਰਿਸਪੌਂਸ ਕੀਤਾ, ਠੀਕ ਹੈ। when we touch the leaves of shui mui, the plant of mimosa family, ਇੱਕ ਉਹਦੀ ਜਿਹੜੀ ਫੈਮਿਲੀ ਦਾ ਨਾਮ mimosa ਹੈ, they begin to fold up and drop. When seeds germinates, the fruit goes down, the stem comes up into the air. What happens? Firstly, the leaves of sensitive part moves very quickly in response to touch. ਜਦੋਂ ਬਿਲਕੁਲ ਤਾਜ਼ੇ ਕੀ ਪੱਤੇ ਨਿਕਲਦੇ ਆਪਾਂ ਨੂੰ ਟੱਚ ਕਰੀਏ ਉਹ ਕੀ ਹੈ, ਬਿਲਕੁਲ ਉਹ ਨਾਲ ਰਿਸਪੌਂਸ ਕਰਦੇ ਆ। They are in no growth involved in this movement. On the other hand, the directional movement of seedling is caused by the growth. If it is prevented from growing, it will not show any movement. So plants show two different type of movement, one dependent on growth, other on independent of growth. ਇੱਕ ਤਾਂ ਕਹਿੰਦਾ ਜੇ growth ਨੂੰ ਆਪਾਂ ਕੀ ਆ ਉਹਨੂੰ ਲਿਮਿਟਡ ਕਰ ਦਈਏ, ਉਹਦੀ growth ਕੀ ਆ ਉੱਥੇ ਹੀ ਰੁਕ ਜੂਗੀ। ਬਾਕੀ ਜੇ ਨਾਰਮਲੀ ਆਪਾਂ ਉਹਨੂੰ ਬੀਜਦੇ ਆ ਤਾਂ ਉਹਦੀ ਗਰੋਥ ਕੀ ਹੈ, ਮੱਲੋਂ ਵੱਲ ਜਿਹੜੀ ਪਲਾਂਟਸ ਆਪਣੇ ਆਪ ਆਪਣੀ ਗਰੋਥ ਆਪ ਪ੍ਰੋਵਾਈਡ ਕਰਦਾ। ਇਮੀਡੀਏਟ ਰਿਸਪੌਂਸ ਟੂ ਸਟਿਮੂਲਸ। Let us think about the first kind of movement, such that the sensitive part, since no growth is involved, the plant must actually move its leaves in response to touch. ਉੱਥੇ growth ਨਾਲ ਕਹਿੰਦਾ ਕੋਈ ਲੈਣਾ ਦੇਣਾ ਨਹੀਂ, ਪਰ ਉਹਦੀ ਸੈਂਸਿਟੀਵਿਟੀ ਆ ਟੱਚ ਨੂੰ ਆ, ਉਹ ਟੱਚ ਉਹਨੂੰ ਕਰਦੇ ਤਾਂ ਆਪਣੇ ਆਪ ਨੂੰ ਫੋਲਡ ਕਰ ਲੈਂਦਾ। ਉੱਥੇ ਉਹਦੀ ਗਰੋਥ ਦਾ ਨਾ ਕੋਈ ਤਾਲਮੇਲ ਨਹੀਂ ਆ। ਬਟ ਦੇਰ ਇਜ਼ ਨੋ ਨਰਵਸ ਟਿਸ਼ੂ ਨੋਰ ਐਨੀ ਮਸਲ ਟਿਸ਼ੂ। ਉਹਦੇ ਵਿੱਚ ਕੋਈ ਨਰਵਸ ਟਿਸ਼ੂ ਨਹੀਂ ਵੀ ਉਹਦੇ ਦਿਮਾਗ ਵਿੱਚ ਦੱਸੂਗਾ ਹਾਂਜੀ ਵੀ ਉਹਨੇ ਟੱਚ ਕੀਤਾ, ਨਾ ਹੀ ਉਹਦੇ ਵਿੱਚ ਮਸਲ ਆ ਵੀ ਕੰਟਰੈਕਟ ਹੋ ਜਾਊਗਾ, ਐਕਸਟਰੈਕਟ ਹੋ ਜਾਊਗਾ ਹਿਊਮਨ ਬੋਡੀ ਵਾਂਗ। ਹਾਊ ਡਜ਼ ਦਾ ਪਲਾਂਟ ਡਿਟੈਕਟ ਦਾ ਟੱਚ? ਪਲਾਂਟ ਨੂੰ ਕਿਵੇਂ ਪਤਾ ਲੱਗ ਗਿਆ ਮੈਨੂੰ ਕਿਸੇ ਨੇ ਟੱਚ ਕੀਤਾ, ਉਹਨੇ ਆਪਣੇ ਆਪ ਜਿਹੜੇ ਲੀਵਸ ਆ ਉਹਨੂੰ ਫੋਲਡ ਕਿਉਂ ਕੀਤੇ। ਇਫ ਵੀ ਥਿੰਕ ਅਬਾਊਟ ਵੇਅਰ ਐਗਜ਼ੈਕਟਲੀ ਦਾ ਪਲਾਂਟ ਇਜ਼ ਟੱਚ, what part of plant actually move? ਆਪਾਂ ਕਿਹੜੇ ਪਾਰਟ ਦੇ ਨੂੰ ਟੱਚ ਕੀਤਾ ਤੇ ਕਿਹੜਾ ਪਾਰਟ ਉਹਦਾ ਮੂਵ ਹੋਇਆ। It is apparent that movement happen at the point different from point of touch. So information that touch has occurred must be communicated. Plants also use electrical chemical means to convey this information from cell to cell. Plants ਦੇ ਜਿਹੜੇ ਅੰਦਰ ਬਣਤਰ ਉਹਦੇ ਸੈੱਲ ਵੀ ਆ, ਉਹਦੇ ਵਿੱਚ ਕੀ ਕਹਿੰਦਾ ਇਲੈਕਟ੍ਰੀਕਲ ਤੇ ਕੈਮੀਕਲ ਕੰਬੀਨੇਸ਼ਨ ਹੁੰਦਾ, ਉਹਦੇ ਨਾਲ ਉਹਨੂੰ ਉਹਦੀ ਇੰਪਲਸ ਮਿਲਦੀ ਆ। ਬਟ ਅਨਲਾਈਕ ਇਨ ਐਨੀਮਲਸ ਦੇਰ ਇਜ਼ ਨੋ ਸਪੈਸ਼ਲਾਈਜ਼ਡ ਟਿਸ਼ੂ ਇਨ ਪਲਾਂਟਸ ਫॉर द ਕੰਡਕਸ਼ਨ ਆਫ ਇਨਫੋਰਮੇਸ਼ਨ। ਕਹਿੰਦਾ ਵੀ ਇਹਦਾ ਐਨੀਮਲਸ ਦੇ ਵਿੱਚ ਜਿਹੜੀ ਹੁੰਦੀ ਆ, ਪਰ ਪਲਾਂਟਸ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ। ਫਾਈਨਲੀ ਅਗੇਨ ਐਜ਼ ਐਨ ਐਨੀਮਲ ਸਮ ਸੈਲਸ ਮਸਟ ਚੇਂਜ ਦੇਅਰ ਸ਼ੇਪ ਇਨ ਆਰਡਰ। ਜਿਹੜੇ ਹਿਊਮਨ ਬੀਇੰਗਸ ਉਹਦੇ ਵਿੱਚ ਵੀ ਸੈੱਲ ਚੇਂਜ ਕਰਦੇ ਆਰਡਰ, ਆਪਣੇ ਐਨੀਮਲਸ ਵਿੱਚ ਵੀ ਕਰਦੇ ਆ। Instead of specialized proteins found in animals, muscles and plant cells change shape has been changing the amount of water in them, resulting in swelling, shrinking, therefore changing its shape. अपनी plants ਦੀ body ਆ ਪੂਰੀ ਕੀ ਆ water ਨਾਲ ਜਿਹੜੀ water ਨਾਲ ਭਰੀ ਹੋਈ ਆ, ਜਦ ਉਹ ਜਿਹੜੀ water ਦੀ shape ਆ ਆਪਣੇ ਆਪ ਨੂੰ ਉਹਨੂੰ shrink ਕਰਨਾ, extract ਕਰਨਾ, ਜਿੱਦਾਂ ਆਪਣੇ body 'ਚ muscle ਆ same ਕੀ ਉਹਦਾ ਵਿੱਚ body ਉਹਦੇ plants ਦੇ ਵਿੱਚ water ਆਪਣਾ ਰੋਲ ਅਦਾ ਕਰਦੇ ਆ। ਮੂਵਮੈਂਟ ਡਿਊ ਟੂ ਗਰੋਥ। ਸਮ ਪਲਾਂਟਸ ਲਾਈਕ ਪੀ ਪਲਾਂਟ ਕਲਾਈਮ ਅਪ ਅਦਰ ਪਲਾਂਟਸ ਔਰ ਫੈਂਸਸ ਬਾਈ ਦਾ ਮੀਨਸ ਆਫ ਟੈਂਡਰੇਜ। ਜਿਹੜੇ ਪੀ ਪਲਾਂਟਸ ਕੀ ਆ, ਇਹਨਾਂ ਦੇ ਵਿੱਚ ਕੀ ਆ ਦੇਖਿਆ ਹੋਣਾ ਤੁਸੀਂ, ਤਾਂ ਰੀਸ਼ੇ ਜਿਹੇ ਹੁੰਦੇ ਆ, ਆਪਣੇ ਆਪ ਨੂੰ ਦੂਸਰੇ ਤੇ ਕਲਾਈਮ ਕਰ ਜਾਂਦੇ ਆ, ਕਲਾਈਂਬਰਸ ਵੀ ਕਹਿੰਦੇ ਆਪਾਂ। these tendrils are sensitive to touch. When they come in contact with any spore, the part of tendril in contact with the other object does not grow as rapidly as part of tendril away from the object. ਜਿਹੜੇ ਟੈਂਡਰਿਲ ਦੇ ਕੀ ਜਿਹੜੇ ਆਪਣੇ ਰੇਸ਼ੇ ਜਿਹੇ ਨਿਕਲਦੇ ਆ, ਜਿਸੇ ਕਿਸੇ ਵੀ ਦੂਸਰੇ ਦਰਖਤ ਨੂੰ ਦੇਖਦਾ ਆ ਉਹਦੇ ਆਲੇ ਦੁਆਲੇ ਇੰਨੇ ਸੈਂਸਿਟਿਵ ਆ, ਉਹਦੇ ਆਲੇ ਦੁਆਲੇ ਆਪਣਾ ਲਪੇਟਾ ਪਾ ਲੈਂਦੇ ਨੇ, ਠੀਕ ਆ, ਨਾਲ ਹੀ ਉਹਦੀ ਪਕੜ ਬਣ ਜਾਂਦੀ ਆ। This causes the tendril to the circular around the object
More commonly, plants respond to stimuli slowly by growing in the particular direction. Because this growth is directional, it appears as if the plant is moving. Let us understand this type of movement with an example. ਕੀ ਕਰਨਾ ਤੁਸੀਂ ਇੱਕ ਪੋਟ ਦੇ ਵਿੱਚ ਪਲਾਂਟ ਰੱਖ ਦੇਣਾ, ਠੀਕ ਆ, ਬਿਲਕੁਲ ਵਿੰਡੋ ਦੇ ਨੇੜੇ, ਠੀਕ ਆ। ਸਟੀਮੂਲਾ ਦੀ ਦੂਸਰੀ ਗਰੋਥ ਦੀ ਐਗਜ਼ਾਮਪਲ ਕੀ ਆਉਂਦੀ, ਆਪਣੀ ਸਨਫਲਾਵਰ ਆਉਂਦਾ। ਸਨਫਲਾਵਰ ਕੀ ਆ, ਜਦੋਂ ਕਿ ਸੂਰਜ ਨਿਕਲਦਾ ਉਹ ਆਪਣਾ ਮੂੰਹ ਇੱਧਰ ਝੁਕਾ ਲੈਂਦਾ, ਜਦੋਂ ਸੂਰਜ ਅਸਤ ਹੁੰਦਾ ਆਪਣਾ ਮੂੰਹ ਇੱਧਰ ਬੈਂਡ ਕਰ ਦਿੰਦਾ। ਇਹ ਉਹਦੀ ਮੂਵਮੈਂਟ ਹੋ ਰਹੀ ਹੈ, ਠੀਕ ਹੈ। एग्जाम्पल अपने को बेस्ट है, घरे कोई भी प्लांट तुम अपना वाटर पॉट च रख के विंडो को रख देना, जो सूरज ने निकलना सूरज वाला उन्हें अपने आप की बेंड हो जाना, ठीक है। एनवायरमेंटल ट्रिगर्स सच एज लाइट, ग्रेविटी विच चेंजेस द डायरेक्शन दैट प्लांट parts grow in these direction, or tropic movement can be either towards the stimulus or away from it. So in two different kinds of phototropic movement, shoots respond by bending toward the light, while the roots respond by bending away from it. ਦੋ ਤਰ੍ਹਾਂ ਦੀ ਮੂਵਮੈਂਟ ਹੈ, ਕਹਿੰਦੇ ਜਿਹੜੀ ਰੂਟਸ ਆ, ਰੂਟਸ ਕੀ ਆ, ਸਨਲਾਈਟ ਤੋਂ ਅਵੇ ਚੱਲ ਰਿਹਾ, ਨੀਚੇ ਧਰਤੀ ਇਹਨੂੰ ਵੱਧ ਰਹੀਆਂ, ਠੀਕ ਆ। ਪਰ ਜਿਹੜੀ ਸ਼ੂਟਸ ਆ ਉਹਦੀ ਟਾਹਣੀਆਂ ਆ ਉੱਪਰ ਨੂੰ ਜਾਂਦੀਆਂ, ਠੀਕ ਆ। ਦੋਨੇ ਇੱਕ ਦੂਜੇ ਦੇ ਓਪੋਜ਼ਿਟ ਆ, ਮੀਨ ਸਿਮਿਲਰ ਪੋਲਸ ਕੀ ਇੱਕ ਤਰ੍ਹਾਂ ਨੂੰ ਰਿਪੈਲ ਕਰਦੇ। ਇਸੇ ਤਰ੍ਹਾਂ ਇਹ ਕੀ ਆ, ਰੂਟਸ ਨੇ ਥੱਲੇ ਨੂੰ ਵਧਣਾ, ਸ਼ੂਟਸ ਨੇ ਉੱਪਰ ਨੂੰ, दो तरह की मूवमेंट्स हो गई। Plants show tropism in response to other stimuli as well. Roots of plants always grow downward while the shoots grow upward. This upward and downward movement of shoots and root respectively responds to pull of earth or gravity. ਇਹਦੀ ਸੌਖੀ ਐਗਜ਼ਾਮਪਲ ਕੀ ਹੈ, ਜਦੋਂ ਆਪਾਂ ਕੀ ਕਣਕ ਬੀਜਦੇ ਹਾਂ, ਕੋਈ ਵੀ ਬਰਸੀਮ ਬੀਜ ਲਿਆ ਆਪਾਂ, ਕੋਈ ਵੀ ਬੀਜ ਆਪਾਂ ਸੱਟਦੇ ਹਾਂ, ਬਿਲਕੁਲ ਇਹਦੇ ਛਿੱਟਾ ਦਿੰਦੇ ਹਾਂ, ਜਾਂ ਕਿ ਆਪਾਂ ਸੁਪਰ ਸੀਡਰ ਜਾਂ ਰੂਟਾਵੇਟਰ 'ਚ ਪਾ ਦਿੰਦੇ। ਉਹਦੇ ਵਿੱਚ ਆਪਾਂ ਐਂ ਨਹੀਂ ਦੇਖਦੇ ਵੀ ਇਹਦਾ ਮੂੰਹ ਐਂ ਨੂੰ ਕਰੂੰਗੇ ਤਾਂ ਇਹਦੀ ਟਾਹਣੀਆਂ ਥੱਲੇ ਨੂੰ ਹੋ ਜੂਗੀਆਂ, ਜੇ ਮੂੰਹ ਦਾ ਐਂ ਕਰੂੰਗੇ ਜੜ੍ਹਾਂ ਉੱਪਰ ਨੂੰ ਨਿਕਲਣਗੇ, ਨਹੀਂ, ਜੜ੍ਹਾਂ ਆਪਣੇ ਆਪ ਹੀ ਨਿਕਲ ਕੇ ਨੀਚੇ ਨੂੰ ਜਾਂਦੀਆਂ, ਜਿਹੜੇ ਆਪਣੇ ਪੱਤੇ ਜਾਂ ਟਹਿਣੀਆਂ ਉਹ ਉੱਪਰ ਨੂੰ ਆਉਂਦੇ ਆ। ਇਸ ਤਰ੍ਹਾਂ ਦਾ ਕਰਦੇ ਤਾਂ ਬਹੁਤ ਟਾਈਮ ਲੱਗ ਜਾਣਾ, ਵੀ ਇੱਕ ਬੀਜ ਦਾ ਮੂੰਹ ਇੱਦਾਂ ਰੱਖਾਂਗੇ ਤਾਂ ਉਹ ਜੜ੍ਹਾਂ ਉੱਪਰ ਨੂੰ ਆ ਜਾਣੀਆਂ, ਬੂਟਾ ਥੱਲੇ ਨੂੰ ਹੋ ਜਾਣਾ। ਇੱਦਾਂ ਕਦੇ ਨਹੀਂ ਹੁੰਦਾ, ਹਮੇਸ਼ਾ ਕੀ ਇਹ ਨੈਚੁਰਲ ਫਿਨੋਮੇਨਾ ਬਣਿਆ ਹੈ। This up and downward movement shoot and respective response to pull of earth of gravity. If hydro means the water, chemo means chemical, what would be hydrotropism or chemotropism? Can we think example of these kind of directional growth movement? One example of chemotropism is the growth of pollen tubes toward the ovules, about which we learn more when we examine the reproductive process in the living organism. ਇਹ ਰੀਪਰੋਡਕਸ਼ਨ ਆਪਣਾ ਚੈਪਟਰ ਉਹਦੇ ਵਿੱਚ ਆਪਾਂ ਕਰਾਂਗੇ ਵੀ ਕਿਵੇਂ ਜਿਹੜੀ ਮੂਵਮੈਂਟ ਹੁੰਦੀ ਹੈ। ਲੈਟ ਅਸ ਨਾਓ ਵਨਸ ਅਗੇਨ ਥਿੰਕ ਅਬਾਊਟ ਦਾ ਹਾਊ ਇਨਫੋਰਮੇਸ਼ਨ ਇਜ਼ ਕਮਿਊਨੀਕੇਟਡ ਇਨ ਦਾ ਬੋਡੀ ਆਫ ਮਲਟੀਸੈਲੂਲਰ ਆਰਗੈਨਿਜ਼ਮ। ਦਾ ਮੂਵਮੈਂਟ ਆਫ ਦਾ ਸੈਂਸਿਟਿਵ ਪਾਰਟ ਇਨ ਰਿਸਪੌਂਸ ਟੂ ਟੱਚ ਇਜ਼ ਵੈਰੀ ਕੁਇਕਲੀ। ਦਾ ਮੂਵਮੈਂਟ ਆਫ ਸਨਫਲਾਵਰ ਮੈਂ ਦੱਸ ਕੇ ਹਟਿਆ ਤੁਹਾਨੂੰ ਸਾਰਾ, ਇਹ ਪੜ੍ਹ ਲੈਣਾ। ਈਵਨ ਇਨ ਦ ਐਨੀਮਲ ਬੋਡੀਜ਼ there are carefully controlled direction to growth. Our arms, fingers growth in a certain direction, not haphazardly. So controlled movement can be either slow or fast. If fast responses to stimuli are to be made, information transfer must happen very quickly. For this, medium of transmission must be able to move rapidly. ਕੋਈ ਬੱਚੇ ਦਾ ਜਨਮ ਹੁੰਦਾ, ਠੀਕ ਆ, ਉਹਦੀਆਂ ਬਾਹਾਂ ਬਿਲਕੁਲ ਛੋਟੀਆਂ ਹੁੰਦੀਆਂ, ਉਹਦੇ ਬੋਡੀ ਦੇ ਹਿਸਾਬ ਨਾਲ ਕੀ ਆ, ਬਾਹਾਂ ਬੜੀਆਂ ਹੁੰਦੀਆਂ, ਹੱਥ ਬੜੇ ਹੁੰਦੇ ਆ, ਪੈਰ ਬੜੇ ਹੁੰਦੇ, ਠੀਕ ਹੈ। ਇਹ ਤਾਂ ਨਹੀਂ ਵੀ ਜੰਮਦੇ ਬੱਚੇ ਦੇ ਜਿਹੜੀਆਂ ਬਾਹਾਂ ਆ ਪੈਰਾਂ ਨੂੰ ਲੱਗ ਗਈਆਂ, ਠੀਕ ਹੈ, ਉਹ ਤੋਂ ਵੀ ਲੰਬੀਆਂ ਹੋ ਗਈਆਂ, ਨਹੀਂ, ਪੂਰਾ ਕੰਟਰੋਲ ਚੱਲਦਾ। ਇਲੈਕਟ੍ਰੀਕਲ ਇੰਪਲਸ ਆਰ ਦਾ ਐਕਸੀਲੈਂਟ ਮੀਨ ਫॉर ਦਿਸ, ਬਟ ਦੇयर ਆਰ ਲਿਮਿਟੇਸ਼ਨ ਟੂ ਯੂਜ਼ ਇਲੈਕਟ੍ਰੀਕਲ ਇੰਪਲਸਸ। ਫਸਟਲੀ they will reach only those cells that are connected by nervous tissue। ਜਿਹੜੇ electrical cell ਆ ਸਿਰਫ nervous tissue ਨਾਲ connected ਹੋਗੇ, not each and every cell in the animal body। एनिमल बॉडी हरेक सेल नहीं करूँगा। सेकेंडली, once an electrical impulse is generated in the cell or transmitted, the cell will take some time to reset its mechanism। जो एक ਇਹਦਾ ਤਾਲਮੇਲ ਬਣ ਗਿਆ, ਉਹਨੂੰ ਦੁਬਾਰਾ ਰੀਸੈਟ ਹੋਣਾ ਪੈਣਾ ਮੈਕੈਨਿਜ਼ਮ ਨੂੰ, ਬਿਫੋਰ ਇਟ ਕੈਨ ਜਨਰੇਟ ਐਂਡ ਟਰਾਂਸਮਿਟ ਨਿਊ ਇੰਪਲਸ। ਉਸ ਤੋਂ ਬਾਅਦ ਜਿਹੜੀ ਇੰਪਲਸ ਤੋਂ ਪਹਿਲਾਂ ਨਵੀਂ ਜਨਰੇਸ਼ਨ ਤੋਂ। ਇਨ ਅਦਰ ਵਰਡਸ, cells cannot continually create and transmit electrical impulses. It is
Thus, no wonder that most multicellular organisms use another mean of communication between cell and namely chemical communication. इसे करके की किया इलेक्ट्रिकल कम्युनिकेशन छड़ के chemical communication ਵੱਲ ਵਧਦੇ। If instead of generating electrical impulse, stimulated cell release chemical compound, these compound would diffuse all around the original cell. वो सारा ਜਿਹੜਾ chemical ਆ original cell ਦੇ ਵਿੱਚ ਜਾਂਦਾ। If other cells around have means to detect this compound using special molecules on their surface, then they would able to recognize information and even transmit it. ਇਸੇ ਹਿਸਾਬ ਨਾਲ ਉਹਦੇ ਕੋਲ information ਬਣਦੀ ਆ, ਉਹਨੂੰ ਦੁਬਾਰਾ retransfer ਕਰਦੇ ਆ ਉਹ। This will be slower of course, but it can be potentially reach all the cell of body. इलेक्ट्रिकल इम्पल्स नालों बिल्कुल स्लो होगा थोड़ा, पर पूरे बॉडी पार्ट से जाऊगा। रिगार्डलेस ऑफ नर्वस कनेक्शंस, these compounds and hormones use multicellular organism by for control and coordination, show a great deal of diversity. As we would expect, different plant hormones help in coordinate growth, development, responses to the growth. They are synthesized as the places away from where they act simply diffuse to the area of action. Let us take an example. We would have worked with earlier activity ਕੀਤੀ 7.2 when growing plants detect light. Hormone called AXIN, ਉਹਦੇ ਵਿੱਚ AXIN ਹਾਰਮੋਨ ਆ, ਉਹਨੇ ਉਧਰ ਨੂੰ ਕੀ ਆ ਟਰਨ ਅਪ ਕਰ ਦੇਣਾ, synthesize at the shoot tip. When the light coming from one side of plant, auxin diffuses toward the shade side of the shoot. This concentration of auxin stimulates the cells to growth longer on the side of shoot, which is away from the light. Thus, plants appear to bend toward the light. ਉਸ ਹਿਸਾਬ ਨਾਲ ਉਹਦੇ ਵਿੱਚ ਕੈਮੀਕਲ ਕੀ ਉਧਰ ਨੂੰ ਉਹਨੂੰ ਬੈਂਡ ਕਰਵਾਤਾ। Another example ਕੀ ਆ Gabrilins, which like auxins help in the growth of stem. Cytokines promote ਕੀ ਕਰਦੇ cell division ਨੂੰ promote ਕਰਦੇ ਆ, and it is natural then they are present in the greater concentration in the areas of rapid cell division such as fruits and the seeds. ਠੀਕ ਆ ਜਿਹੜੇ cytokines ਆ, these are example of plant hormones that help in promoting growth, but plants also need signals to stop growing. ਇਹਦੇ ਵਾਸਤੇ ਕੀ ਆ, ਇਹ ਨਹੀਂ ਵੀ ਪਲਾਂਟ ਲਾਤਾ ਤੇ ਵਧੀ ਜਾਣਾ ਵਧੀ ਜਾਣਾ ਵਧੀ ਜਾਣਾ, ਇੱਕ ਟਾਈਮ ਆਉਣਾ ਉਹਦੀ ਜਿਹੜੀ ਗਰੋਥ ਆ ਕੰਟਰੋਲ ਹੋ ਜਾਣੀ। ਉਹ ਕਿਹਨੇ ਕਰਨੀ ਆ, ਐਬਸਿਸਿਕ ਐਸਿਡ ਇਜ਼ ਦਾ ਵਨ ਐਗਜ਼ਾਮਪਲ ਆਫ ਹਾਰਮੋਨ ਵਿੱਚ ਕੀ ਕਰਦਾ, ਉਹਦੀ ਗਰੋਥ ਨੂੰ ਕੰਟਰੋਲ ਕਰਦਾ ਰੋਕਦਾ ਆ। ਇਸ ਤਰ੍ਹਾਂ ਆਪਣੇ ਪਲਾਂਟਸ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਹਾਰਮੋਨਸ ਪਾਏ ਜਾਂਦੇ ਨੇ। ਇਹਦੇ ਨਾਲ ਕੀ ਆ, ਆਪਾਂ ਨੈਕਸਟ ਵੀਡੀਓ 'ਚ ਆਪਾਂ ਹਾਰਮੋਨਸ ਇਨ ਐਨੀਮਲਸ ਕਰਾਂਗੇ ਤੇ ਇਹਦੇ ਨਾਲ ਆਪਣਾ ਚੈਪਟਰ ਕੰਪਲੀਟ ਹੋ ਜਾਊਗਾ।